ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਜੋ ਜਮਾਤ 9ਵੀਂ ਉਸਦਾ ਪਹਿਲਾ ਅਧਿਆਇ ਅਸੀਂ ਉਸ ਦੇ ਬਾਰੇ ਪੜ੍ਹਿਆ ਸੀ। ਉਸਦਾ ਪਹਿਲਾ ਅਧਿਆਇ ਹੈ ਈਮਾਨ ਖੁਦਾ ਦੀ ਉੱਤਮ ਦੇਣ। ਇਸ ਦੇ ਬਾਰੇ ਅਸੀਂ ਜੋ ਪਹਿਲੀ ਵੀਡੀਓ ਹੈ ਉਸ ਦੇ ਵਿੱਚ ਪੜ੍ਹ ਚੁੱਕੇ ਹਾਂ, ਜਾਣ ਚੁੱਕੇ ਹਾਂ, ਅਤੇ ਹੁਣ ਅਸੀਂ ਇਸ ਵੀਡੀਓ ਦੇ ਵਿੱਚ ਇਸ ਦੇ ਜੋ ਸਵਾਲ ਜਵਾਬ ਹਨ ਉਸ ਦੇ ਬਾਰੇ ਜਾਣਾਂਗੇ। ਪਹਿਲੇ ਅਧਿਆਇ ਦੇ ਜੋ ਸਵਾਲ ਜਵਾਬ ਹਨ ਉਹ ਹਨ ਪੇਜ ਨੰਬਰ 14। ਪਹਿਲਾ ਸਵਾਲ ਹੈ, ਈਮਾਨ ਖੁਦਾ ਦਾ ਵਰਦਾਨ ਹੈ, ਇਸ ਤੋਂ ਕੀ ਭਾਵ ਹੈ? ਆਨਸਰ ਹੈ, ਈਮਾਨ ਖੁਦਾ ਦੀ ਸਭ ਤੋਂ ਉੱਤਮ ਦੇਣ ਹੈ ਜਿਸ ਦੇ ਰਾਹੀਂ ਅਸੀਂ ਖੁਦਾ ਦੇ ਸਾਰੇ ਜ਼ਾਹਰ ਕੀਤੇ ਹੋਏ ਗਿਆਨ ਉੱਤੇ, ਜਿਸ ਨੂੰ ਉਹ ਆਪਣੀ ਕਲੀਸਿਆ ਦੇ ਰਾਹੀਂ ਮਨਵਾਉਣ ਲਈ ਪੇਸ਼ ਕਰਦਾ ਹੈ, ਬਿਨਾਂ ਕਿਸੇ ਸ਼ੱਕ ਦੇ ਯਕੀਨ ਕਰਦੇ ਹਾਂ। ਈਮਾਨ ਖੁਦਾ ਦੀ ਬੱਚੋ ਸਭ ਤੋਂ ਹੀ ਜ਼ਿਆਦਾ ਉੱਤਮ ਦੇਣ ਹੈ ਜਿਸ ਦੇ ਰਾਹੀਂ ਅਸੀਂ ਖੁਦਾ ਦੇ ਜ਼ਾਹਰ ਕੀਤੇ ਹੋਏ ਸਾਰੇ ਹੀ ਉਹ ਕੰਮ ਜੋ ਉਹ ਆਪਣੀ ਕਲੀਸਿਆ ਦੇ ਰਾਹੀਂ ਸਾਨੂੰ ਮਨਵਾਉਣ ਲਈ ਪੇਸ਼ ਕਰਦਾ ਹੈ। ਈਮਾਨ ਇੱਕ ਫਜ਼ਲ ਯਾਨੀ ਇੱਕ ਤਰਫਾ ਝੁਕਾਓ ਹੈ ਜਿਸ ਨੂੰ ਖੁਦਾ ਰੂਹ ਵਿੱਚ ਸ਼ਾਮਿਲ ਕਰਦਾ ਹੈ ਅਤੇ ਜਿਸ ਦੇ ਰਾਹੀਂ ਅਸੀਂ ਈਮਾਨ ਦੇ ਕੰਮ ਕਰਨ ਦੇ ਯੋਗ ਹੁੰਦੇ ਹਾਂ। ਇਹ ਸੀ ਬੱਚੋ ਸਾਡਾ ਪਹਿਲਾ ਸਵਾਲ, ਈਮਾਨ ਖੁਦਾ ਦਾ ਵਰਦਾਨ, ਇਸ ਤੋਂ ਕੀ ਭਾਵ ਹੈ? ਦੂਸਰਾ ਸਵਾਲ ਹੈ ਕਿ ਈਮਾਨ ਨਜਾਤ ਲਈ ਜ਼ਰੂਰੀ ਹੈ। ਤੁਹਾਡਾ ਦੂਸਰਾ ਸਵਾਲ ਜੋ ਕਿ ਪੇਜ ਨੰਬਰ 14 'ਤੇ ਹੈ ਕਿ ਈਮਾਨ ਨਜਾਤ ਲਈ ਜ਼ਰੂਰੀ ਹੈ। ਆਨਸਰ, ਹਾਂ, ਈਮਾਨ ਨਜਾਤ ਲਈ ਜ਼ਰੂਰੀ ਹੈ, ਕਿਉਂ ਜੋ ਸਾਡੇ ਖੁਦਾਵੰਦ ਨੇ ਆਖਿਆ, ਜੋ ਈਮਾਨ ਲਿਆਉਂਦਾ ਹੈ ਅਤੇ ਬਪਤਿਸਮਾ ਪਾਉਂਦਾ ਹੈ ਉਹ ਮੁਕਤੀ ਪਾਵੇਗਾ, ਪਰ ਜੋ ਈਮਾਨ ਨਹੀਂ ਲਿਆਉਂਦਾ ਉਹ ਦੋਸ਼ੀ ਠਹਿਰਾਇਆ ਜਾਵੇਗਾ। ਸੋ ਪਿਆਰੇ ਬੱਚਿਓ, ਈਮਾਨ ਨਜਾਤ ਲਈ ਜ਼ਰੂਰੀ ਹੈ। ਠੀਕ ਹੈ, ਇਹ ਸੀ ਸਾਡਾ ਸਵਾਲ ਦੂਸਰਾ। ਸਾਡਾ ਤੀਸਰਾ ਸਵਾਲ ਹੈ, ਰਸੂਲੀ ਰਵਾਇਤ ਤੋਂ ਤੁਸੀਂ ਕੀ ਸਮਝਦੇ ਹੋ? ਪਿਆਰੇ ਬੱਚਿਓ, ਕਲਾਸ 9ਵੀਂ ਫਸਟ ਅਧਿਆਇ ਉਸਦਾ ਤੀਸਰਾ ਸਵਾਲ ਹੈ ਜੋ ਕਿ ਪੇਜ ਨੰਬਰ 14 'ਤੇ ਹੈ। ਤੀਸਰਾ ਸਵਾਲ, ਰਸੂਲੀ ਰਵਾਇਤ ਤੋਂ ਤੁਸੀਂ ਕੀ ਸਮਝਦੇ ਹੋ? ਆਨਸਰ ਹੈ, ਰਸੂਲੀ ਰਵਾਇਤ ਤੋਂ ਭਾਵ ਉਹ ਸਾਰੀਆਂ ਜ਼ਾਹਰ ਕੀਤੀਆਂ ਸੱਚਾਈਆਂ ਹਨ ਜਿਹੜੀਆਂ ਪਹਿਲੇ ਪ੍ਰਭੂ ਯਿਸੂ ਮਸੀਹ ਅਤੇ ਉਸ ਦੇ ਰਸੂਲਾਂ ਨੇ ਸਿਖਾਈਆਂ ਅਤੇ ਹੁਣ ਤੱਕ ਪੀੜ੍ਹੀਓਂ ਪੀੜ੍ਹੀ ਸਿਲਸਿਲੇਵਾਰ ਸਾਡੇ ਤੱਕ ਪਹੁੰਚ ਰਹੀਆਂ ਹਨ। ਪਿਆਰੇ ਬੱਚਿਓ, ਰਸੂਲੀ ਰਵਾਇਤ ਤੋਂ ਭਾਵ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਜ਼ਾਹਿਰ ਕੀਤੀਆਂ ਸੱਚਾਈਆਂ ਜੋ ਉਹਨਾਂ ਨੇ ਆਪਣੇ ਰਸੂਲਾਂ ਨੂੰ ਸਿਖਾਈਆਂ ਅਤੇ ਉਹਨਾਂ ਦੇ ਦੁਆਰਾ ਹੁਣ ਤੱਕ ਪੀੜ੍ਹੀਓਂ ਪੀੜ੍ਹੀ ਉਹ ਸਾਰੀਆਂ ਸਿਖਾਈਆਂ ਹੋਈਆਂ ਸੱਚਾਈਆਂ ਸਾਡੇ ਤੱਕ ਪਹੁੰਚ ਰਹੀਆਂ ਹਨ, ਉਹਨਾਂ ਨੂੰ ਅਸੀਂ ਰਸੂਲੀ ਰਵਾਇਤ ਆਖ ਦਿੰਦੇ ਹਾਂ। ਠੀਕ ਹੈ, ਇਹ ਸੀ ਸਾਡਾ ਆਨਸਰ ਥਰਡ, ਰਸੂਲੀ ਰਵਾਇਤ ਤੋਂ ਤੁਸੀਂ ਕੀ ਸਮਝਦੇ ਹੋ ਜਾਂ ਫਿਰ ਰਸੂਲੀ ਰਵਾਇਤ ਤੋਂ ਕੀ ਭਾਵ ਹੈ? ਠੀਕ ਹੈ, ਸਾਡਾ ਫੋਰਥ ਕੁਐਸਚਨ ਹੈ, ਪਾਕ ਲਿਖਤਾਂ ਕੀ ਹਨ? ਪਿਆਰੇ ਬੱਚਿਓ, ਸਾਡਾ ਫੋਰਥ ਕੁਐਸਚਨ ਪਹਿਲਾ ਅਧਿਆਇ ਫੋਰਥ ਕੁਐਸਚਨ ਜੋ ਕਿ ਪੇਜ ਨੰਬਰ 14 'ਤੇ ਹੈ। ਫੋਰਥ ਕੁਐਸਚਨ ਹੈ, ਪਾਕ ਲਿਖਤਾਂ ਕੀ ਹਨ? ਆਨਸਰ ਹੈ, ਪਾਕ ਲਿਖਤਾਂ ਪੁਰਾਣੇ ਅਤੇ ਨਵੇਂ ਨੇਮ ਦੀਆਂ ਕਿਤਾਬਾਂ ਹਨ ਜਿਹੜੀਆਂ ਪਵਿੱਤਰ ਆਤਮਾ ਦੇ ਪ੍ਰਕਾਸ਼ ਅਤੇ ਖਾਸ ਮਦਦ ਨਾਲ ਲਿਖੀਆਂ ਗਈਆਂ ਹਨ। ਪਾਕ ਲਿਖਤਾਂ ਦਾ ਪਹਿਲਾ ਹਿੱਸਾ ਪੁਰਾਣੇ ਨੇਮ ਦੀਆਂ ਕਿਤਾਬਾਂ ਹਨ ਜਿਹੜੀਆਂ ਕਿ ਪ੍ਰਭੂ ਯਿਸੂ ਮਸੀਹ ਤੋਂ ਪਹਿਲਾਂ ਲਿਖੀਆਂ ਗਈਆਂ ਹਨ। ਦੂਸਰਾ ਹਿੱਸਾ ਨਵੇਂ ਨੇਮ ਦੀਆਂ ਕਿਤਾਬਾਂ ਹਨ ਜਿਹੜੀਆਂ ਪ੍ਰਭੂ ਯਿਸੂ ਮਸੀਹ ਤੋਂ ਬਾਅਦ ਲਿਖੀਆਂ ਗਈਆਂ ਹਨ। ਸੋ ਪਿਆਰੇ ਬੱਚਿਓ, ਪਾਕ ਲਿਖਤਾਂ
ਨਵੇਂ ਨੇਮ ਦੀਆਂ ਕਿਤਾਬਾਂ ਹਨ ਜਿਹੜੀਆਂ ਪਵਿੱਤਰ ਆਤਮਾ ਦੇ ਪ੍ਰਕਾਸ਼ ਅਤੇ ਖਾਸ ਮਦਦ ਦੇ ਨਾਲ ਲਿਖੀਆਂ ਗਈਆਂ ਹਨ। ਇਸ ਦੇ ਵਿੱਚ ਇਸ ਦਾ ਜੋ ਪਹਿਲਾ ਹਿੱਸਾ ਹੈ ਨਵਾਂ ਨੇਮ, ਉਹ ਪ੍ਰਭੂ ਯਿਸੂ ਮਸੀਹ ਤੋਂ ਪਹਿਲਾਂ ਦਾ ਹੈ, ਅਤੇ ਜੋ ਦੂਸਰਾ ਹਿੱਸਾ ਹੈ ਉਹ ਪ੍ਰਭੂ ਯਿਸੂ ਮਸੀਹ ਤੋਂ ਬਾਅਦ ਦੀਆਂ ਲਿਖੀਆਂ ਗਈਆਂ ਹਨ। ਠੀਕ ਹੈ, ਇਹ ਸੀ ਸਾਡਾ ਪ੍ਰਸ਼ਨ ਨੰਬਰ 4, ਪਾਕ ਲਿਖਤਾਂ ਕੀ ਹਨ ਅਤੇ ਉਸ ਦਾ ਆਨਸਰ। 5th ਪ੍ਰਸ਼ਨ ਹੈ, ਰਸੂਲਾਂ ਦੇ ਕਲਮੇ ਤੋਂ ਇਲਾਵਾ ਹੋਰ ਕਿਹੜੇ ਕਲਮੇ ਹਨ? ਪਹਿਲਾ ਅਧਿਆਇ ਉਸ ਦਾ 5ਵਾਂ ਸਵਾਲ ਹੈ, ਰਸੂਲਾਂ ਦੇ ਕਲਮੇ ਤੋਂ ਇਲਾਵਾ ਹੋਰ ਕਿਹੜੇ ਕਲਮੇ ਹਨ? ਆਨਸਰ ਹੈ, ਰਸੂਲਾਂ ਦੇ ਕਲਮੇ ਤੋਂ ਇਲਾਵਾ ਨੈਸਿਆਂ ਦਾ ਕਲਮਾ ਅਤੇ ਅਥਨਾਸਿਉਸ ਦੇ ਕਲਮੇ ਦਾ ਵੀ ਬਹੁਤ ਚਿਰ ਤੱਕ ਰਿਵਾਜ ਰਿਹਾ। ਜਾਂ ਤੁਸੀਂ ਕਹਿ ਸਕਦੇ ਹੋ ਬੱਚੋ ਕਿ ਰਸੂਲਾਂ ਦੇ ਕਲਮੇ ਤੋਂ ਇਲਾਵਾ ਨੈਸਿਆ ਦਾ ਕਲਮਾ ਅਤੇ ਅਥਨਾਸਿਉਸ ਦਾ ਕਲਮਾ ਹੈ। ਠੀਕ ਹੈ, ਤੁਹਾਡਾ ਪ੍ਰਸ਼ਨ ਹੈ ਕਿ ਰਸੂਲਾਂ ਦੇ ਕਲਮੇ ਤੋਂ ਇਲਾਵਾ ਹੋਰ ਕਿਹੜੇ ਕਲਮੇ ਹਨ, ਅਤੇ ਤੁਸੀਂ ਆਨਸਰ ਲਿਖ ਸਕਦੇ ਹੋ ਰਸੂਲਾਂ ਦੇ ਕਲਮੇ ਤੋਂ ਇਲਾਵਾ ਨੈਸਿਆ ਦਾ ਕਲਮਾ ਅਤੇ ਅਥਨਾਸਿਉਸ ਦਾ ਕਲਮਾ ਹੈ। ਠੀਕ ਹੈ, ਸੋ ਪਿਆਰੇ ਬੱਚਿਓ, ਇਹ ਸਨ ਸਾਡੇ ਸਵਾਲ ਜਵਾਬ ਅਧਿਆਇ ਪਹਿਲੇ ਦੇ। 5 ਸਵਾਲ ਹਨ। ਪਹਿਲਾ ਹੈ, ਈਮਾਨ ਖੁਦਾ ਦਾ ਵਰਦਾਨ, ਇਸ ਤੋਂ ਕੀ ਭਾਵ ਹੈ? ਦੂਸਰਾ ਹੈ ਕਿ ਈਮਾਨ ਨਜਾਤ ਲਈ ਜ਼ਰੂਰੀ ਹੈ। ਤੀਸਰਾ ਸਵਾਲ ਹੈ, ਰਸੂਲੀ ਰਵਾਇਤ ਤੋਂ ਤੁਸੀਂ ਕੀ ਸਮਝਦੇ ਹੋ? ਚੌਥਾ ਸਵਾਲ ਹੈ, ਪਾਕ ਲਿਖਤਾਂ ਕੀ ਹਨ? ਅਤੇ 5ਵਾਂ ਸਵਾਲ ਹੈ, ਰਸੂਲਾਂ ਦੇ ਕਲਮੇ ਤੋਂ ਇਲਾਵਾ ਹੋਰ ਕਿਹੜੇ ਕਲਮੇ ਹਨ? ਰਸੂਲਾਂ ਦੇ ਕਲਮੇ ਤੋਂ ਇਲਾਵਾ 2 ਹੋਰ ਕਲਮੇ ਹਨ, ਨੈਸਿਆ ਦਾ ਕਲਮਾ ਅਤੇ ਅਥਨਾਸਿਉਸ ਦਾ ਕਲਮਾ। ਠੀਕ ਹੈ, ਸੋ ਸਾਰੇ ਹੀ ਬੱਚਿਆਂ ਨੇ ਇਹ ਜੋ ਔਨਲਾਈਨ ਕੈਟੇਕਿਜ਼ਮ ਕਲਾਸ ਲੱਗ ਰਹੀ ਹੈ, ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਇਸ ਦੇ ਵਿੱਚ ਹਿੱਸਾ ਲੈਣਾ, ਅਤੇ ਜੋ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜੇ ਹੋਏ ਸਵਾਲ ਜਵਾਬ ਹਨ ਉਹਨਾਂ ਦੇ ਬਾਰੇ ਜਾਣਨਾ। ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਖੁਦਾਵੰਦ ਪ੍ਰਭੂ ਯਿਸੂ ਮਸੀਹ ਹਮੇਸ਼ਾ ਤੁਹਾਡੇ ਨਾਲ ਰਹੇ। ਧੰਨਵਾਦ।